ਸਲੋਕਾ। ਇਹ ਪਵਿੱਤਰ ਪਾਵਨ ਰਾਮਕਲੀ ਕੀ ਵਾਰ ਮਹੱਲਾ ਤੀਜਾ। ਜੋਧਾ ਵੀਰੈ ਪੂਰਬਾਣੀ ਕੀ ਧੁਨੀ ਸਿਰਲੇਖ ਹੇਠ। ਜੋ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਰਾਮਕਲੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਵਾਰ ਲਿਖਾਈ ਹੈ। ਉਸ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਇਹ ਚੌਥਾ ਸ਼ਲੋਕ ਕਬੀਰ ਕਸੌਟੀ ਰਾਮ ਕੀ ਇਹ ਵਾਲਾ ਲਿਖਵਾ ਰਹੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਕਬੀਰ ਸਾਹਿਬ ਜੀ ਦੇ ਕਬੀਰ ਕਸੌਟੀ ਰਾਮ ਕੀ ਵਾਲੇ ਸ਼ਲੋਕ ਦੇ ਅਰਥ ਦਾ ਵਿਚਾਰ ਦੱਸੋ। ਤਾਂ ਗੁਰੂ ਮਹਾਰਾਜ ਸਿੱਖਾਂ ਨੂੰ ਸਰਵਣ ਕਰਵਾ ਰਹੇ ਹਨ। ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਇਹ ਪਾਵਨ ਸ਼ਲੋਕ ਛੰਦ ਹੈ। ਕਬੀਰ ਕਸੌਟੀ ਰਾਮ ਕੀ। ਭਗਤ ਕਬੀਰ ਜੀ ਨੇ ਇਹ ਬਚਨ ਕਥਨ ਕੀਤੇ ਹਨ ਕਿ ਰਾਮ ਪਰਮੇਸ਼ਰ ਦੀ ਭਗਤੀ ਜਾਂ ਤਤਿਖਿਆ ਰੂਪੀ ਕਸਵਟੀ ਪਰਖ ਉਤੇ ਝੂਠਾ ਟਿਕੈ ਨਾ ਕੋਏ। ਮਿਥਿਆ ਪਦਾਰਥਾਂ ਵਿੱਚ ਲੱਗਿਆ ਕੋਈ ਵੀ ਪੁਰਖ ਜਿਹੜਾ ਝੂਠਾ ਹੈ ਉਹ ਝੂਠਾ ਪੁਰਖ ਟਿਕ ਨਹੀਂ ਸਕਦਾ ਹੈ। ਰਾਮ ਕਸੌਟੀ ਸੋ ਸਹੈ। ਰਮਿਆ ਹੋਇਆ ਰਾਮ ਜੋ ਪਰਮੇਸ਼ਰ ਹੈ ਉਸ ਦੀ ਭਗਤੀ ਜਾਂ ਤਤਿਖਿਆ ਰੂਪ ਕਸਵਟੀ ਜਾਂ ਭਾਣਾ ਮਨਾਉਣ ਦੀ ਪਰਖ ਨੂੰ ਉਹੀ ਪੁਰਖ ਸਹਾਰ ਸਕਦਾ ਹੈ। ਜੋ ਮਰ ਜੀਵਾ ਹੋਏ। ਜਿਹੜਾ ਸੰਸਾਰ ਵੱਲੋਂ ਮਰ ਕੇ ਪਰਮੇਸ਼ਰ ਵੱਲ ਜੀਵਿਆ ਹੁੰਦਾ ਹੈ ਜਾਂ ਜੋ ਵਾਹਿਗੁਰੂ ਨਾਲ ਲਿਵ ਲਾ ਕੇ ਜੀਵਤ ਭਾਵ ਤੋਂ ਮਰਿਆ ਹੋਵੇ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਸਿੱਖ ਜਿਹੜਾ ਹੈ ਉਹ ਮੁਰਦੇ ਦੇ ਤੁੱਲ ਹੈ। ਜਿਵੇਂ ਮੁਰਦਾ ਕਬਰ 'ਚ ਪਿਆ ਆਪਦੀ ਅੰਗ ਪੈਰ ਨਹੀਂ ਹਿਲਾਉਂਦਾ, ਇਸੇ ਤਰ੍ਹਾਂ ਸਬਰ ਰੱਖਣਾ ਪੈਂਦਾ, ਸੰਤੋਖ ਰੱਖਣਾ ਪੈਂਦਾ, ਸਿਦਕੀ ਰਹਿਣਾ ਪੈਂਦਾ, ਆਪਦੇ ਆਪ ਨੂੰ ਸ਼ਹੀਦ ਕਰਾਉਣਾ ਪੈਂਦਾ ਹੈ। ਤਾਂ ਹੀ ਗੁਰੂ ਦਾ ਸਿੱਖ ਗੁਰੂ ਜੀ ਦੇ ਦਰਬਾਰ ਵਿੱਚ ਪ੍ਰਮਾਣ ਹੁੰਦਾ ਹੈ। ਜਿਵੇਂ ਪਾਵਨ ਸ੍ਰੀ ਲਹਿਣਾ ਜੀ ਦੀ ਬਹੁਤ ਭਾਰੀ ਪ੍ਰੀਖਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਨੇ ਆਪ ਕੀਤੀ। ਮਾਤਾ ਸੁਲੱਖਣੀ ਜੀ ਗੁਰੂ ਸਾਹਿਬ ਨੂੰ ਬਾਰ-ਬਾਰ ਬੇਨਤੀ ਕਰਦੇ ਕਿ ਗੁਰੂ ਸਾਹਿਬ ਜੀ ਇਹ ਭਲਾ ਪੁਰਖ ਕਿਸੇ ਅਮੀਰ ਘਰਾਣੇ ਦਾ ਆਪ ਜੀ ਦੇ ਚਰਨਾਂ ਵਿੱਚ ਆਇਆ ਹੈ। ਆਪ ਜੀ ਵੇਖੋ ਨਦੀਨ ਦੀ ਪੰਡ ਚੁਕਾ ਕੇ ਸਾਡੇ ਕਿਸੇ ਨਾ ਕੰਮ ਦੀ, ਇਹ ਚਿੱਕੜ ਕਿਸ ਕੰਮ ਆਉਣਾ ਹੈ। ਤੁਸੀਂ ਇਸ ਭਲੇ ਪੁਰਖ ਦੇ ਬੜੇ ਕੀਮਤੀ ਸੁੰਦਰ ਵਸਤਰਾਂ ਨੂੰ ਖਰਾਬ ਕੀਤਾ ਹੈ। ਵੇਖੋ ਇਹਦਾ ਸੋਹਣਾ ਦਸਤਾਰਾ ਚਿੱਕੜ ਦੀ ਪੰਡ ਵਿੱਚੋਂ ਗੰਦਾ ਪਾਣੀ ਚੋ ਕੇ ਇਹਦੀ ਦਸਤਾਰ ਉੱਪਰ, ਇਹਦੇ ਮੋਢਿਆਂ ਦੇ, ਇਹਦੇ ਚਿਹਰੇ ਉੱਪਰ ਪੈ ਰਿਹਾ। ਗੁਰੂ ਸਾਹਿਬ ਕਹਿਣ ਲੱਗੇ, ਹੇ ਸੁਲੱਖਣੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਮੈਂ ਚਿੱਕੜ ਦੀ ਪੰਡ ਦੇ ਸੀਸ 'ਤੇ ਨਹੀਂ ਝੁਕਾਈ। ਮੈਂ ਵੇਖ ਰਿਹਾ ਕਿ ਸੰਸਾਰ ਦੇ ਦੁੱਖਾਂ ਦੀ ਪੰਡ, ਪਰਉਪਕਾਰ ਦੀ ਪੰਡ, ਜ਼ਿੰਮੇਵਾਰੀ ਦੀ ਜੋ ਗੁਰਤਾ ਗੱਦੀ ਦੀ ਪੰਡ ਹੈ ਇਹ ਚੁੱਕ ਸਕਦਾ ਹੈ ਕਿ ਨਹੀਂ। ਇਹ ਜਿਹੜੇ ਛੱਟੇ ਤੂੰ ਚਿੱਕੜ ਦੇ ਕਹਿ ਰਹੀ ਹੈ ਇਹ ਕੇਸਰ ਅਤੇ ਅਤਰ ਫਲੇਲ ਦੇ ਛੱਟੇ ਨੇ। ਸਮਾਂ ਆਵੇਗਾ ਇਹਦੇ 'ਤੇ ਸੁਗੰਧੀ ਛਿੜਕੀ ਜਾਵੇਗੀ। ਫਿਰ ਵੇਖੋ ਮਰੀ ਹੋਈ ਚੂਹੀ ਬਿੱਲੀ ਸੁੱਟ ਗਈ ਅਤੇ ਸਾਹਿਬਜ਼ਾਦਿਆਂ ਨੂੰ ਆਖਿਆ, ਉਹਨਾਂ ਜਵਾਬ ਦੇ ਦਿੱਤਾ ਕਿ ਮਾੜਾ ਕੰਮ ਤੁਸੀਂ ਸਾਥੋਂ ਕਰਾ ਕੇ ਸੰਗਤ ਵਿੱਚ ਬੇਇੱਜ਼ਤੀ ਕਰਦੇ ਹੋ। ਪਾਵਨ ਸ੍ਰੀ ਲਹਿਣਾ ਜੀ ਨੂੰ ਇਸ਼ਾਰਾ ਹੀ ਕੀਤਾ, ਉਹਨਾਂ ਆਪਦੇ ਹੱਥਾਂ ਨਾਲ ਚੁੱਕ ਕੇ ਵਗਾਹ ਮਾਰੀ ਦੂਰ। ਕਹਿੰਦੇ ਵੇਖ ਲਾ ਸੁਲੱਖਣੀ ਤੂੰ ਆਪਦੇ ਬੱਚਿਆਂ ਦੀ ਸਿਫਾਰਿਸ਼ ਪਾਉਣੀ ਹੈ
ਤੇ ਵੇਖ ਤੇਰੇ ਬੱਚੇ ਮੇਰੇ ਆਖੇ ਨਹੀਂ ਲੱਗਦੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਸ਼ੰਕਾ ਹੋਇਆ ਕਿ ਅਸੀਂ ਵੀ ਤਾਂ ਗੁਰਸਿੱਖ ਹਾਂ, ਗੁਰੂ ਜੀ ਸਾਡੇ ਨਾਲ ਇੰਨਾ ਕਿਉਂ ਨਹੀਂ ਪਿਆਰ ਕਰਦੇ ਜਿੰਨਾ ਉਹਨਾਂ ਗੁਰੂ ਅੰਗਦ ਦੇਵ ਜੀ ਨਾਲ ਕਰਦੇ। ਤਾਂ ਮਹਾਰਾਜ ਨੇ ਸਮਾਂ ਵੇਖਣ ਦੀ ਪ੍ਰੀਖਿਆ ਕੀਤੀ। ਇਹ ਗੁਰਤਾ ਗੱਦੀ ਦੀ ਪ੍ਰੀਖਿਆ ਹੋ ਰਹੀ ਹੈ। ਜਦ ਭਗਤੀ ਸੰਪੂਰਨ ਹੋਵੇ, ਬਖਸ਼ਿਸ਼ ਕਰਨੀ ਹੋਵੇ, ਉਹ ਗੁਰਸਿੱਖ ਦੀ ਵੱਖਰੀ ਕਸੌਟੀ ਹੁੰਦੀ ਹੈ। ਉਹ ਮਹਾਰਾਜ ਉਹ ਵੱਖਰੀ ਪ੍ਰੀਖਿਆ ਕਰਦੇ, ਬੜੀ ਸਖਤ ਪ੍ਰੀਖਿਆ। ਆਖਿਆ ਬਾਬਾ ਜੀ ਜਾ ਕੇ ਵੇਖੋ ਸਮਾਂ ਕੀ ਹੋਇਆ। ਕਹਿੰਦੇ ਜੀ ਅੱਧੀ ਰਾਤ ਦਾ। ਮਹਾਰਾਜ ਕਹਿੰਦੇ ਨਹੀਂ, ਤੁਹਾਨੂੰ ਭੁਲੇਖਾ ਲੱਗਾ, ਅੰਮ੍ਰਿਤ ਵੇਲਾ ਹੋ ਗਿਆ। ਜਾਓ ਸਾਡੇ ਵਸਤਰ ਧੋ ਕੇ ਸੁਕਾ ਕੇ ਲੈ ਕੇ ਆਓ। ਬਾਬਾ ਜੀ ਕਹਿਣ ਲੱਗੇ ਗੁਰੂ ਜੀ ਤੁਹਾਨੂੰ ਭੁਲੇਖਾ ਲੱਗਾ ਹੈ, ਰਾਤ ਦੇ 12 ਵਜੇ ਨੇ। ਪਾਵਨ ਸ੍ਰੀ ਲਹਿਣਾ ਜੀ ਨੂੰ ਕਿਹਾ ਕਿ ਜਾ ਪੁਰਖਾ ਤੂੰ ਦੇਖ ਕੇ ਆ ਕੇ ਕਿਹਾ ਜੀ ਸਮਾਂ ਤਾਂ ਅੱਧੀ ਰਾਤ ਦਾ ਹੀ ਹੋਇਆ। ਮਹਾਰਾਜ ਕਹਿੰਦੇ ਨਹੀਂ, ਤੈਨੂੰ ਭੁਲੇਖਾ ਲੱਗਾ। ਕਹਿੰਦੇ ਜੀ ਹਾਂ ਭੁਲੇਖਾ ਲੱਗਾ। ਜਿੰਨੀ ਰਾਤ ਆਪ ਨੇ ਬਤੀਤ ਕਰ ਦਿੱਤੀ ਉਨੀ ਬਤੀਤ ਹੋਈ ਹੈ, ਜਿੰਨੀ ਰੱਖ ਲਈ ਉਨੀ ਰਹਿ ਗਈ ਹੈ। ਫਿਰ ਮਹਾਰਾਜ ਕਹਿੰਦੇ ਚੁੱਕ ਕੱਪੜੇ ਇਹ ਚੱਲ ਧੋ ਕੇ ਲਿਆ ਕੇ ਸੁਕਾ ਕੇ ਮੈਨੂੰ ਦੇ। ਜਾ ਕੇ ਦਰਿਆ 'ਤੇ ਦੇਖਿਆ ਤਾਂ ਉੱਥੇ ਸੂਰਜ ਚੜ੍ਹਿਆ ਹੋਇਆ ਸੀ। ਵਸਤਰ ਧੋ ਕੇ ਸੁਕਾ ਕੇ ਰਾਤੋਂ ਰਾਤ ਗੁਰੂ ਸਾਹਿਬ ਨੂੰ ਹਾਜ਼ਰ ਕੀਤੇ। ਫਿਰ ਆਖਰੀ ਪ੍ਰੀਖਿਆ ਭਾਈ ਭਗੀਰਥ ਬਾਬਾ ਬੁੱਢਾ ਸਾਹਿਬ ਜੀ ਤੇ ਇਹ ਗੁਰਸਿੱਖ ਵੀ ਵੇਖੋ ਪਿੱਛੇ ਹੋ ਗਏ। ਇੱਕ ਪਾਵਨ ਸ੍ਰੀ ਲਹਿਣਾ ਜੀ ਪਾਸ ਹੋਏ। ਧਾਨਕ ਰੂਪ ਰਾਹਾ ਕਰਤਾਰ। ਜਦ ਗੁਰੂ ਸਾਹਿਬ ਨੇ ਧਾਨਕ ਦਾ ਰੂਪ ਧਾਰਿਆ ਕੇਸ ਖਿਲਾਰ ਲਏ, ਬਸਤਰ ਉਤਾਰ ਦਿੱਤੇ, ਤੇੜ ਵਾਲਾ ਇੱਕੋ ਹੀ ਬਸਤਰ ਪਹਿਨਿਆ ਤੇ ਬਾਣ ਲਪੇਟ ਲਿਆ। ਲੱਸੀ ਦੇ ਛੱਟੇ ਮਾਰ ਕੇ ਮੱਖੀਆਂ ਇਕੱਠੀਆਂ ਕਰ ਲਈਆਂ, ਕੁੱਤੇ ਮਗਰ ਲਾ ਰਹੇ। ਜਦ ਸੰਗਤ ਮਗਰ ਮਗਰ ਦੌੜੀ ਤਾਂ ਗੁਰੂ ਸਾਹਿਬ ਨੇ ਕੁਦਕਾ ਦਿਖਾਇਆ ਤੇ ਜਦ ਫਿਰ ਵੀ ਨਹੀਂ ਹਟੇ ਫਿਰ ਪੈਸੇ ਦਿਖਾਏ। ਪੈਸੇ ਚੁੱਕ ਕੇ ਕਈ ਚਲੇ ਗਏ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਹੈ ਜੋ ਮਰਜੀ ਵਾ ਹੋਏ। ਫਿਰ ਚਾਂਦੀ ਦੇ ਰੁਪਈਏ ਦਿਖਾਏ, ਕਈ ਉਹ ਚੁੱਕ ਕੇ ਲੈ ਗਏ। ਫਿਰ ਸੋਨੇ ਦੀਆਂ ਮੋਹਰਾਂ ਦਿਖਾਈਆਂ, ਕਈ ਉਹ ਚੁੱਕ ਕੇ ਭੱਜ ਗਏ। ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਹੀਰੇ ਮੋਤੀ ਜਵਾਹਰਾਤ ਚੁਕਾ ਦਿੱਤੇ। ਤਿੰਨੇ ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਗੁਰਸਿੱਖ ਜਿਹੜੇ ਅਨੰਨ ਸ਼ਰਧਾਲੂ ਸਨ ਤੇ ਪਾਵਨ ਸ੍ਰੀ ਲਹਿਣਾ ਜੀ। ਮਾਰੇ ਕਹਿੰਦੇ ਤੁਸੀਂ ਕਿਉਂ ਨਹੀਂ ਗਏ ਓਏ? ਆ ਕੁਦਕਾ ਦਿਖਦਾ? ਕਹਿੰਦੇ ਜੀ ਆਪਦੇ ਸਿੱਖਾਂ। ਮਾਰੇ ਕਹਿੰਦੇ ਤੁਸੀਂ ਕੁੱਟਣੇ ਸਿੱਖ ਕਹਾਉਂਦੇ ਹੋ, ਫਫੇ ਕੁੱਟਣੇ। ਮਤਲਬ ਕਹਿਣਾ ਕੁਛ ਹੋਰ, ਅੰਦਰੋਂ ਭਾਵਨਾ ਨਾ ਹੋਣੀ। ਕਹਿੰਦੇ ਜੀ ਅਸੀਂ ਆਪ ਜੀ ਦੇ ਸਿੱਖ ਹਾਂ, ਤੁਹਾਨੂੰ ਛੱਡ ਕੇ ਕਿੱਥੇ ਜਾਈਏ? ਗੁਰੂ ਸਾਹਿਬ ਕਹਿੰਦੇ ਜੇ ਸਿੱਖ ਹੋ ਤਾਂ ਮੁਰਦਾ ਖਾਓ। ਮੁਰਦਾ ਦੇਖ ਕੇ ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਜੀ ਝਾੜੀਆਂ ਵਾਲੇ ਰੁਕ ਗਏ। ਰਾਮ ਕਸੌਟੀ ਸੋ ਹੈ ਜੋ ਮਰਜੀ ਵਾ ਹੋਏ। ਪਰ ਪਾਵਨ ਸ੍ਰੀ ਲਹਿਣਾ ਜੀ ਉਹ ਮੁਰਦੇ ਦੇ ਕੋਲ ਜਾ ਕੇ ਖੜ ਗਏ। ਗੁਰੂ ਸਾਹਿਬ ਨੇ ਕੁਦਕਾ ਦਿਖਾਇਆ, ਆਖਿਆ ਆਈ ਉਹ ਮੈਂ ਤੇਰੇ ਮੋਢੇ ਭੰਨ ਦਿਆਂਗਾ। ਇਹ ਮੁਰਦਾ ਖਾਂਦਾ ਕਿਉਂ ਨਹੀਂ? ਦੇਰ ਕਿਉਂ ਲਾਈ ਹੋਈ ਹੈ? ਆਖੇ ਜੀ ਸਿੱਖਾਂ। ਕਿ ਇਹੋ ਜਿਹੇ ਸਿੱਖ ਆਖੇ ਤਾਂ ਲੱਗਦੇ ਨਹੀਂ। ਕਹਿੰਦੇ ਮਹਾਰਾਜ ਇਸ ਹੁਕਮ ਦੀ ਦੇਰ ਹੈ ਕਿ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਾਂਗੇ ਸਿਰ ਵੱਲੋਂ। ਗੁਰੂ ਸਾਹਿਬ ਕਹਿਣ ਲੱਗੇ ਕਿ ਸਿਰ ਵੱਲੋਂ ਸ਼ੁਰੂ ਕਰਕੇ ਪੈਰਾਂ ਤੱਕ ਸਾਰਾ ਹੀ ਖਾ। ਜਾਂ ਚਾਦਰ ਉਤਾਰੀ ਤਾਂ ਹੇਠਾਂ ਕੜਾਹ ਪ੍ਰਸ਼ਾਦ ਵੇਖ ਕੇ ਨਾਲੇ ਤਾਂ ਛਕਿਆ, ਨਾਲੇ ਗੁਰੂ ਸਾਹਿਬ ਦਾ ਹੁਕਮ ਮੰਨਿਆ, ਨਾਲੇ ਨਿਹਾਲ ਹੋ ਗਏ। ਮਹਾਰਾਜ ਨੇ ਘੁੱਟ ਕੇ ਗਲਵੱਕੜੀ ਦੇ ਵਿੱਚ ਲਿਆ। ਭਾਈ ਗੁਰਦਾਸ ਜੀ ਦਾ ਬਚਨ ਹੈ,
गुर अंगद गुर अंग ते गंगो जान तरंगी उठाया। धन धन श्री गुरु अंगद देव साहिब जी महाराज नूं, जिन्हां दा पहला नाम पावन श्री लैणा जी से, और वो भी गुरु साहब ने वर दिता, आख्या तू लैना ते मैं देना। जिन्हां ने लैना होवे वो घोड़ियां दे चढ़ के आउंदे ने, ਜਿਹੜੇ ਦੇਣ ਵਾਲੇ ਹੁੰਦੇ ਨੇ ਉਹਨਾਂ ਨੂੰ ਚੱਲਣਾ ਪੈਂਦਾ। ਇਹ ਪਹਿਲਾਂ ਹੀ ਵਰ ਬਖਸ਼ ਦਿੱਤਾ ਸੀਗਾ। ਲੈਣੇ ਦੇ ਨਾਮ ਤੇ ਵੀ ਵਰ ਦਿੱਤਾ, ਫਿਰ ਪਾਵਨ ਲੈਣੇ ਨੂੰ ਆਪ ਦੇ ਅੰਗਾਂ ਨਾਲ ਸੁਹਾ ਕੇ ਅੰਗਤ ਬਣਾ ਦਿੱਤਾ। ਆਖਿਆ ਕਿ ਸਾਡਾ ਸਰੂਪ ਨੇ ਗੁਰਤਾ ਗਦੀ ਤੇ ਬਿਠਾਲ ਕੇ ਜਿਹੜਾ ਸੀਸ ਕਿਸੇ ਅੱਗੇ ਨਹੀਂ ਝੁਕਿਆ, ਉਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਝੁਕਾ ਕੇ ਗੁਰਤਾ ਗਦੀ ਸਮੇਤ ਨਮਸਕਾਰ ਕਰ ਦਿੱਤੀ। इस वास्ते ये जिहड़ी कसौटी है वाहिगुरु की परख जिहड़ी है उत्ते बिरला भांजा ही कोई टिकदा है। जिवें धन श्री गुरु अमरदास साहिब जी कुड़माचारी नूं छड्ड के एक सेवादार सिख बन के रहे, फिर जुलाई की खड्डी दे नाल चरण अड़ के महाराज हेठां डिग पए। वो एक परखी सीगी, उन्हें बोली मारनी। फिर गुरु अंगद देव जी ने पूछना ते जलाई ने पेश होना, बेनती करनी। जलाई ने कि नूं ठीक करो। साहिबा ने कहना कि ये हुण गुरु का स्थान बनेगा, तुसीं आपदा घर छड्ड के चले जाओ तां तंदुरुस्त रहोगे। फिर निमाणियां दे मान, निताणियां दे ताण इत्यादक 12 मर दे के श्री गुरु अमरदास जी नूं निवाजना। ये परख ही तो होई सी 12 साल लगातार। फिर धन गुरु रामदास महाराज की थड़े बनाने वाली परख करनी। आख्या पुरखा ये चंगा नहीं बनिया, तैनूं समझ नहीं आउंदी, जो मैं कहंदा उस तरह तू नहीं बनाउंदा। भाई रामा जी बीबी दानी दे पति वो कहन लगे कि गुरु साहब तुहाडी उम्र वड्डी हो गई है, जिस तरह कहिंदे हो मैं तो उस तरह बनाउंदा, पर तुहानूं चेता भुल जांदा। महाराज कहंदे अच्छा हुण तुसीं साडी उम्र नूं भी नौलन लग पए, चलो कोई बात नहीं, तुसीं सियाणे होए। ते धन गुरु रामदास हाथ जोड़ के कहन लगे गुरु साहब आप जी मेरे पास खड़ जाओ, मैं थड़ा ढा दिंदा हाँ ते मैनूं दस दस के, क्योंकि मैं अनजान मैनूं चेता भुल जांदा, हौली हौली दस दस के मेरे को थड़ा बनाओ। कहंदे पुरखा तू धन है, बड़ी निमरता रखी है। ये परख वेख के फिर गुरु रामदास महाराज नूं गुरता गद्दी की बख्शिश हुई। फिर बीबी भानी जी ने पीड़े थले हाथ दे के आपदा खून रुका लिया, बांह नीली हो गई। ये भी एक परख सीगी। ये देख करके दोनों पति सदी की शरधा नूं फिर मां ने गुरता गद्दी की पंड झुकाई है, सारा कुछ दिखा के निरख के परख के। और श्री गुरु अर्जन देव महाराज की गुरु रामदास साहब जी ने परख की थी। कहो नानक अजर जिन जरिया तिसी ही कौ बन आवत। शक्तियां नूं जर के रखना सब तो वड्डा गुण गुरता गद्दी का परखिया गया कि कुर्बानी कर देंगे, आपदा सही शरीर बलिदान दे देंगे, पर शक्ति नहीं दिखाउणगे, क्योंकि बड़े निम्रता वाले ने। मेरा मन लोचा गुर दर्शन दाई, बिलप करे चातर की न्याई, त्रिखा न उतरै सांत न आवे, बिन दर्शन संत प्यारे जियो। हाँ कोली जियो कोल घुमाई, गुर दर्शन संत प्यारे जियो। महाराज कहन लगे वेखो बाबा बुढ़ा जी किन्ना इन्हां दा प्यार है साडे नाल, गुरुद्वारे नाल, गुरु की संगतां साडे दर्शन दिदारियां दे नाल। किन्नी सोहनी बाणी उचार रहे ने, तुहाडी की सलाह है, इन्हां नूं गुरता गद्दी ना दे दईए? हाँ जी महाराज। सो साध संगत जीओ 3 चिट्ठियां भेजियां, एक घड़ी न मिलते तां कलयुग होता। ये आखिरी चिट्ठी
ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ, ਮੋਈ ਰਹਿ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੀ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੀ ਜੀਓ। ਇਹ ਪੜ੍ਹ ਕੇ ਗੁਰੂ ਸਾਹਿਬ ਨੂੰ ਬੁਲਾਇਆ, ਫਿਰ ਆਖਿਆ ਚੌਥਾ ਬੰਦ ਉਚਾਰੋ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਪਰਖੀ ਤਾਂ ਸੀਗੀ। ਫਿਰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਤਤੀ ਤਵੀ ਤੇ ਬੈਠ ਗਏ, ਪਰ ਸ਼ਕਤੀ ਨਹੀਂ ਦਿਖਾਈ। ਆਖਿਆ ਸਾਈਂ ਮੀਆਂ ਮੀਰ ਜੀ, ਤੁਹਾਡੇ ਬ੍ਰਹਮ ਗਿਆਨ ਵਿੱਚ ਕਚਿਆਈ ਹੈ। ਵੇਖੋ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨਿਆਈ। ਪ੍ਰੇਮਾ ਸਹਿਤ ਭਗਤੀ ਤੇ ਗਿਆਨ ਲੁਕੋ ਕੇ ਰੱਖਿਆ, ਪ੍ਰੇਮ ਹੀ ਜਨਾਇਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੁਭਾਅ ਲੋਕ ਪ੍ਰਚਾਰਦੇ ਨੇ ਵੀ ਗੁੱਸੇ ਖੋਰ ਸੀਗਾ। ਸਾਧ ਸੰਗਤ ਜੀਓ, ਗੁੱਸੇ ਵਿੱਚ ਤੇ ਵੀਰ ਰਸ ਵਿੱਚ ਬਹੁਤ ਬੜਾ ਅੰਤਰ ਹੈ। ਜੇ ਗੁਰੂ ਜੀ ਗੁੱਸੇ ਖੋਰ ਹੁੰਦੇ ਤਾਂ ਸਾਡੇ ਵਰਗੇ ਤਾਂ ਹਥਿਆਰ ਚੁੱਕ ਕੇ ਦਿੱਲੀ ਨੂੰ ਦੌੜ ਪੈਂਦੇ ਵੀ ਗੁਰੂ ਤੇਗ ਬਹਾਦਰ ਜੀ ਲੋਹ ਪਿੰਜਰੇ 'ਚ ਕੈਦ ਕੀਤੇ ਨੇ, ਚਲੋ ਆਪਾਂ ਜੰਗ ਕਰਕੇ ਮਹਾਰਾਜ ਨੂੰ ਛੁਡਾ ਕੇ ਲਿਆਈਏ। ਜਿਸ ਤਰ੍ਹਾਂ ਗੁਰੂ ਸਾਹਿਬ ਦਾ ਸੁਭਾਅ ਆਪਾਂ ਦੇਖਦੇ ਹਾਂ, ਸਾਰੇ ਕਹਿੰਦੇ ਬੜਾ ਵੀਰ ਅਸੀਂ ਹੈ, ਉਦੋਂ ਹੀ ਮਹਾਰਾਜ ਫੌਜ ਲੈ ਜਾਂਦੇ, ਪਰ ਨਹੀਂ, ਉਹ ਪਰਖ ਸੀਗੀ। ਬਲ ਛੁਟਕਿਓ ਬੰਧਨ ਭਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਾਰੇ, ਗੱਜ ਜਿਉ ਹੋ ਸਹਾਈ। ਇਹ ਦੁਸ਼ਟ ਦਮਨ ਜੀ, ਜਿਵੇਂ ਤੁਸੀਂ ਸਤਯੁਗ ਦੇ ਵਿੱਚ ਦੈਂਤਾਂ ਤੋਂ ਮੇਰੀ ਰੱਖਿਆ ਕੀਤੀ, ਔਰ ਜਿਵੇਂ ਗਜਿੰਦਰ ਹਾਥੀ ਦੇ ਜੋ ਤੰਦੂਏ ਦੀਆਂ ਤਾਰਾਂ ਨਾਲ ਪੈਰ ਨੂੜੇ ਹੋਏ ਸਨ, ਕਰ ਧਰੇ ਚੱਕਰ ਬੈਕੁੰਠ ਤੇ ਆਏ, ਗੱਜ ਹਸਤੀ ਕੇ ਪ੍ਰਾਣ ਉਧਾਰੀ ਅਲੇ, ਸੁਦਰਸ਼ਨ ਚੱਕਰ ਚਲਾ ਕੇ ਉਹਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਛੁਡਾਇਆ, ਹਾਥੀ ਦੀ ਸਹਾਇਤਾ ਕੀਤੀ। ਇਸੇ ਤਰ੍ਹਾਂ ਤੁਸੀਂ ਭਗਵਾਨ ਹੋ, ਪਰਮਾਤਮਾ ਦਾ ਰੂਪ ਹੋ। ਤੇ ਹੁਣ ਇਸ ਵਕਤ ਮੈਨੂੰ ਔਰੰਗਜ਼ੇਬ ਨੇ ਪੈਰਾਂ 'ਚ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਲਾ ਕੇ ਤੇ ਲੋਹ ਪਿੰਜਰੇ 'ਚ ਕੈਦ ਕੀਤਾ ਹੋਇਆ। ਮੇਰਾ ਬਲ ਛੁਟਕ ਗਿਆ ਹੈ, ਬੰਧਨ ਪਏ ਹੋਏ ਨੇ, ਕੁਛ ਮੇਰੇ ਕੋਲੋਂ ਪਾ ਨਹੀਂ ਹੁੰਦਾ, ਮੇਰੀ ਸਹਾਇਤਾ ਕਰੋ। ਸਤਿਗੁਰ ਕਲਗੀਧਰ ਨੇ ਸੋਚਿਆ, ਮਨਾ ਇਹ ਤਾਂ ਭਗਤੀ ਦਾ ਸਰੂਪ ਨੇ। ਵਾਹਿਗੁਰੂ ਦੀ ਸ਼ਕਤੀ ਕਿਰਪਾਨ ਹੈ, ਸ੍ਰੀ ਸਾਹਿਬ ਹੈ। ਵਾਹਿਗੁਰੂ ਦੀ ਭਗਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਤੋ ਇਹ ਭਗਤੀ ਨੇ ਅਵਤਾਰ ਧਾਰਿਆ ਹੈ। ਵਾਹਿਗੁਰੂ ਦੀ ਭਗਤੀ ਵਾਲਾ ਗੁਣ ਆਇਆ ਹੈ ਅਵਤਾਰ ਧਾਰ ਕੇ। ਸਤਿਯੁਗ ਤੋਂ ਭਗਤੀ ਕਰ ਰਹੇ, ਔਰ ਇੰਨੀਆਂ ਸ਼ਕਤੀਆਂ ਦੇ ਮਾਲਕ ਨੇ। ਜੇ ਨਿਗਾਹ ਹੀ ਫੇਰ ਦੇਣ ਤੇ ਅੱਗ ਲਾ ਸੁੱਟਣ, ਧਰਤੀ ਪੁੱਠੀ ਕਰ ਦੇਣ, ਪਰ ਮੇਰੀ ਸਹਾਇਤਾ ਕਿਉਂ ਮੰਗ ਰਹੇ ਨੇ? ਇਸ 'ਚ ਕੋਈ ਕਾਰਨ ਹੈ। ਕਾਰਨ ਇਹ ਹੈ ਕਿ ਪਰਖ ਹੋ ਰਹੀ ਹੈ। ਜਿਹੜੇ ਸਮਰੱਥ ਹੁੰਦੇ ਨੇ ਉਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ, ਉਹਨਾਂ ਕੋਲੋਂ ਤਾਂ ਸਹਾਇਤਾ ਲਈਦੀ ਹੈ। ਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 8.5 ਸਾਲ ਦੀ ਉਮਰ ਦੇ ਵਿੱਚ ਕਰੜੀ ਪ੍ਰੀਖਿਆ 'ਚੋਂ ਪਾਸ ਹੁੰਦਿਆਂ ਹੋਇਆਂ ਕੋਈ ਹਥਿਆਰ ਨਹੀਂ ਚੁੱਕਿਆ। ਕੋਈ ਗੁਰੂ ਸਾਹਿਬ ਦੀ ਸ਼ਕਤੀ ਵੀ ਬੜੀ ਸੀਗੀ, ਗੁਰੂ ਗੋਬਿੰਦ ਸਿੰਘ ਦੇ ਵਿੱਚ ਵੀ। ਇਹ ਵੀ ਸਤਿਯੁਗ ਤੋਂ ਤਪ ਕਰਦੇ ਆ ਰਹੇ। ਮਹਾਰਾਜ ਨੇ ਸਾਧ ਸੰਗਤ ਜੀਓ ਸ਼ਬਦ ਉਚਾਰਿਆ, ਮਹੱਲਾ 10ਵਾਂ। ਬਾਬਾ ਦੀਪ ਸਿੰਘ ਸਾਹਿਬ ਦੀ ਹੱਥ ਲਿਖਤ ਬੀੜ ਜੋ ਸ੍ਰੀ ਪਟਨਾ ਸਾਹਿਬ ਵਿਖੇ ਬਿਰਾਜਮਾਨ ਹੈ, ਉਹਦੇ 'ਚ ਮਹੱਲਾ 10ਵਾਂ ਲਿਖਿਆ ਹੋਇਆ ਹੈ। ਮਹੱਲਾ 10ਵਾਂ। ਬਲ ਛੁਟਕਿਓ ਬਲ ਹੋਆ, ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਈ। ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਦੇ ਵਿੱਚ ਬਲ ਵੀ ਹੋ ਰਿਹਾ, ਬੰਧਨ ਵੀ ਤੁਹਾਡੇ ਛੁੱਟੇ ਹੋਏ ਨੇ। ਆਪ ਦੀ ਸਹਾਇਤਾ ਤੁਸੀਂ ਖੁਦ ਆਪ ਕਰ ਸਕਦੇ ਹੋ। ਜਿਨ੍ਹਾਂ ਨੇ ਵੇਖੋ 7 ਸਮੁੰਦਰਾਂ ਪਾਰ ਤੇ ਮੱਖਣ ਸ਼ਾਹ ਲੁਬਾਣੀ ਦਾ ਡੁੱਬਦਾ ਜਹਾਜ਼ ਬੰਨੇ ਲਾਇਆ, ਵੇਖੋ ਉਹ ਕਿਸੇ ਦੀ ਸਹਾਇਤਾ ਕਿਵੇਂ ਚਾਹ ਸਕਦੇ ਨੇ? ਅਜੇ ਗੁਰਤਾ ਗੱਦੀ ਦੇ ਪ੍ਰਗਟ ਨਹੀਂ ਸਨ ਹੋਏ, ਬਿਰਾਜਮਾਨ ਤਾਂ ਸੀ, ਤਾਂ ਹੀ ਸਹਾਇਤਾ ਕੀਤੀ। ਉਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਕੀ ਲੋੜ ਪੈ ਗਈ? ਤੁਹਾਡੇ ਕੋਲੋਂ ਤਾਂ ਸਭ ਦੁਨੀਆ ਸਹਾਇਤਾ ਮੰਗਦੀ ਹੈ।
ਮਹਾਰਾਜ ਲੋਹ ਪਿੰਜਰੇ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਸਿੱਖਾਂ ਦੇ ਘਰ ਪ੍ਰਸ਼ਾਦਾ ਛਕਣ ਜਾਂਦੇ ਰਹੇ। ਕਾਜੀ ਨੇ ਵੇਖਿਆ ਸੀ ਤਾਂ ਚੁਗਲੀ ਮਾਰੀ। ਜਿਹੜਾ ਜਮਾਂਦਾਰ ਉਹ ਜੇਲ੍ਹ ਖਾਨੇ ਵਾਲਾ ਜਿਹੜਾ ਸਿਕਿਉਰਿਟੀ ਗਾਰਡ ਸੀਗਾ, ਉਹਨੇ ਸਿੱਖਾਂ ਦੇ ਘਰ ਵੀ ਦਰਸ਼ਨ ਕੀਤੇ ਅਤੇ ਲੋਹ ਪਿੰਜਰੇ ਵਿੱਚ ਵੀ ਕੀਤੇ। ਫਿਰ ਉਹ ਸ਼ਰਧਾਲੂ ਬਣ ਗਿਆ, ਕਹਿਣ ਲੱਗਾ ਜੀ ਮੈਂ ਤੁਹਾਡੀ ਕੀ ਨਿਗਰਾਨੀ ਕਰਨੀ ਹੈ, ਆਪ ਤਾਂ ਆਜ਼ਾਦ ਹੋ, ਆਪ ਕਿਰਪਾ ਕਰੋ, ਮੈਂ ਤੁਹਾਡਾ ਸਿੱਖ ਬਣਦਾ, ਇੱਥੋਂ ਕੈਦ ਵਿੱਚੋਂ ਤੁਸੀਂ ਭੱਜ ਜਾਓ ਜੀ, ਆਪਾਂ ਪਹਾੜਾਂ ਜ਼ਿੰਦਗੀ ਗੁਜ਼ਾਰ ਲਾਂਗੇ। ਮਹਾਰਾਜ ਕਹਿੰਦੇ ਨਹੀਂ, ਸੀਸ ਦੇ ਕੇ ਹਿੰਦੂ ਧਰਮ ਦੀ ਰਕਸ਼ਾ ਕਰਨੀ ਹੈ, ਇਸ ਵਾਸਤੇ ਪਰਖ ਤੋਂ ਬਗੈਰ ਕਿਸੇ ਤੇ ਵੀ ਬਖਸ਼ਿਸ਼ ਨਹੀਂ ਹੋਈ ਅੱਜ ਤੱਕ। ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਸਭਨਾਂ ਸੰਤਾਂ ਭਗਤਾਂ ਦੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਭਨਾਂ ਦੀ ਵਾਹਿਗੁਰੂ ਨੇ ਪਰਖ ਕੀਤੀ ਹੈ। ਇਸ ਲਈ ਕਬੀਰ ਸਾਹਿਬ ਜੀ ਉਚਾਰ ਰਹੇ ਹਨ, ਕਬੀਰ ਕਸੌਟੀ ਰਾਮ ਕੀ। ਕਬੀਰ ਸਾਹਿਬ ਜੀ ਦੇ ਬਚਨ ਨੇ ਕਿ ਪਰਮੇਸ਼ਰ ਦੀ ਭਗਤੀ ਤੇ ਤਿੱਖਿਆ ਰੂਪ ਜਾਂ ਪ੍ਰਤੱਖ ਕਸਵੱਟੀ ਪਰਖ ਉਤੇ, ਝੂਠਾ ਟਿਕਾਣਾ ਕੋਏ। ਮਿਥਿਆ ਪਦਾਰਥਾਂ 'ਚ ਲੱਗਿਆ ਕੋਈ ਵੀ ਝੂਠਾ ਪੁਰਖ ਟਿਕ ਨਹੀਂ ਸਕਦਾ ਹੈ। ਰਾਮ ਕਸੌਟੀ ਸੋ ਸਹਾਇ। ਪਰਮੇਸ਼ਰ ਦੀ ਭਗਤੀ ਜਾਂ ਤਿੱਖਿਆ ਰੂਪ ਕਸਵੱਟੀ ਜਾਂ ਭਾਣਾ ਮਨਾਉਣ ਦੀ ਪਰਖ ਨੂੰ ਉਹੀ ਪੁਰਖ ਸਹਾਰ ਸਕਦਾ ਹੈ ਜੋ ਮਰ ਜੀਵਾ ਹੋਏ। ਜਿਹੜਾ ਸੰਸਾਰ ਵੱਲੋਂ ਮਰ ਕੇ ਪਰਮੇਸ਼ਰ ਵੱਲ ਜੀਵਿਆ ਹੁੰਦਾ ਹੈ, ਜਾਂ ਜੋ ਵਾਹਿਗੁਰੂ ਨਾਲ ਲਿਵ ਲਾ ਕੇ ਜੀਵਤ ਭਾਵ ਤੋਂ ਮਰਿਆ ਹੋਵੇ। ਫਿਰ ਸਤਿਗੁਰਾਂ ਨੂੰ ਜੋ ਸਿੱਖਾਂ ਨੇ ਪ੍ਰਸ਼ਨ ਕੀਤੇ, ਪਹਿਲਾਂ ਸਤਿਗੁਰੂ ਜੀ ਉਹਨਾਂ ਪ੍ਰਸ਼ਨਾਂ ਨੂੰ ਉਚਾਰਨ ਕਰਕੇ ਉੱਤਰ ਬਖਸ਼ਦੇ ਹਨ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਨੇ, ਕਿਉਂ ਕਰੇ ਹੋ ਮਨ ਮਾਰੀਆ। ਪ੍ਰਸ਼ਨ ਹੈ ਕਿਵੇਂ ਕਰਕੇ ਇਸ ਮਨ ਦੇ ਮੰਦੇ ਸੁਭਾਅ ਨੂੰ ਮਾਰੀਏ। ਕਿਉਂ ਕਰ ਮਿਰਤਕ ਹੋਏ। ਕਿਵੇਂ ਕਰਕੇ ਜੀਵਤ ਭਾਗ ਵੱਲ ਮਰਨ ਵਾਲਾ ਹੋਵੇ। ਕਹਿਆ ਸ਼ਬਦ ਨਾ ਮਾਨਈ। ਇਸ ਦਾ ਉੱਤਰ ਆਪ ਹੀ ਬਖਸ਼ਦੇ ਨੇ ਕਿ ਜੀਵ ਗੁਰਾਂ ਦਾ ਕਿਹਾ ਹੋਇਆ ਉਪਦੇਸ਼ ਨਹੀਂ ਮੰਨਦਾ। ਹਉਮੈ ਛੱਡੈ ਨਾ ਕੋਏ। ਅਤੇ ਹੰਗਤਾ ਮਮਤਾ ਵੀ ਕੋਈ ਨਹੀਂ ਛੱਡਦਾ ਹੈ। ਇਸੇ ਕਰਕੇ ਨਾ ਹੀ ਮਨ ਦਾ ਮੰਦਾ ਸੁਭਾਅ ਮਰਦਾ ਤੇ ਨਾ ਹੀ ਜੀਵਤ ਭਾਵ ਵੱਲ ਮਰਨਾ ਹੁੰਦਾ। ਮਤਲਬ ਆਪ ਦਾ ਹੰਕਾਰ ਹਉਮੈ ਤਾਂ ਛੱਡਦਾ ਨਹੀਂ, ਅਰੇ ਗੁਰਾਂ ਦਾ ਕਿਹਾ ਹੋਇਆ ਉਪਦੇਸ਼ ਇਹ ਮੰਨਦਾ ਨਹੀਂ। ਫਿਰ ਮਨ ਦਾ ਮੰਦਾ ਸੁਭਾਅ ਮਰੇ ਕਿਵੇਂ? ਗੁਰੂ ਸਾਹਿਬ ਦੇ ਉਪਦੇਸ਼ ਨੂੰ ਤਾਂ ਮੰਨਿਆ ਨਹੀਂ, ਫਿਰ ਮੰਦਾ ਸੁਭਾਅ ਕਿਵੇਂ ਮਰੇ? ਅਰ ਜੀਵਤ ਭਾਵ ਵੱਲ ਮਰਨ ਵਾਲਾ ਕਿਵੇਂ ਹੋਵੇ? ਗੁਰ ਪ੍ਰਸਾਦੀ ਹਉਮੈ ਛੁਟੈ। ਇਹ ਸਤਿਗੁਰੂ ਜੀ ਹੁਣ ਆਪ ਹੀ ਕਿਰਪਾ ਕਰਕੇ ਦੱਸੋ ਵੀ ਹਉਮੈ ਕਿਵੇਂ ਛੁੱਟੇ? ਤਾਂ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਛੁੱਟਦੀ ਹੈ ਭਾਈ। ਜਿਸ ਦੀ ਦੇਹ ਦੀ ਹੰਗਤਾ ਗੁਰੂ ਦੀ ਕਿਰਪਾ ਨਾਲ ਛੁੱਟ ਜਾਏ, ਜੀਵਨ ਮੁਕਤ ਸੋਏ। ਉਹ ਪੁਰਖ ਜਗਤ ਵਿੱਚ ਜੀਵਨ ਮੁਕਤ ਰੂਪ ਹੁੰਦਾ ਹੈ। ਨਾਨਕ ਜਸਨੋ ਬਖਸ਼ੇ ਤਿਸ ਮਿਲੈ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਸ ਨੂੰ ਪੂਰਾ ਗੁਰੂ ਨਾਮ ਦੀ ਦਾਤ ਬਖਸ਼ ਦਿੰਦਾ ਤਿਸ ਨੂੰ ਬ੍ਰਹਮ ਵਿਦਿਆ ਜੀਵਨ ਮੁਕਤੀ ਮਿਲਦੀ ਹੈ। ਤਿਸ ਬਿਗਨ ਨ ਲਾਗੈ ਕੋਏ। ਫਿਰ ਤਿਸ ਨੂੰ ਕੋਈ ਵੀ ਕਾਮ ਆਦਿਕ ਦਾ ਵਿਘਨ ਨਹੀਂ ਲੱਗਦਾ ਹੈ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਆਪ ਹੀ ਪ੍ਰਸ਼ਨ ਉਚਾਰ ਰਹੇ ਹਨ, ਜੀਵਤ ਮਰਣਾ ਸਭ ਕੋ ਕਾਹੈ। ਜੀਵਤ ਭਾਵ ਤੋਂ ਮਰਨਾ ਤਾਂ ਵੇਦ ਸ਼ਾਸਤਰ ਰਿਖੀ ਮੁਨੀ ਆਦਿਕ
ਸਭ ਕੋਈ ਕਹਿੰਦੇ ਹਨ। ਜੀਵਨ ਮੁਕਤ ਕਿਉ ਹੋਏ, ਪਰ ਜੀਵਨ ਮੁਕਤ ਕਿਵੇਂ ਹੋ ਸਕਦਾ ਹੈ? ਭੈ ਕਾ ਸੰਜਮ ਜੇ ਕਰੇ, ਆਪ ਹੀ ਗੁਰੂ ਸਾਹਿਬ ਉੱਤਰ ਬਖਸ਼ਦੇ ਨੇ ਕਿ ਜੇਕਰ ਜੀਵ ਪਰਮੇਸ਼ਰ ਦੇ ਭੈ ਧਾਰਨ ਦਾ ਸੰਜਮ ਪਥ ਸਾਧਨ ਕਰੇ, ਦਾਰੂ ਭਾਉ ਲਾਏ, ਅਤੇ ਪ੍ਰੇਮ ਰੂਪੀ ਦਾਰੂ ਦਵਾਈ ਲਾਉਣਾ ਕਰੇ, ਆਨੰਦਨ ਗੁਣ ਗਾਵੇ ਸੁਖ ਸਹਜੇ, ਅਤੇ ਰਾਤ ਦਿਨ ਪਰਮੇਸ਼ਰ ਦੇ ਗੁਣ ਗਾਉਣਾ ਕਰੇ ਤਾਂ ਸਹਿਜੇ ਸੁਤੇ ਸਿੱਧ ਹੀ ਸਰੂਪ ਦੀ ਪ੍ਰਾਪਤੀ ਦਾ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਬਿਖ ਭਵ ਜਲ ਨਾਮ ਤਰੇ, ਹਰ ਗੁਰਾਂ ਦੁਆਰਾ ਨਾਮ ਨੂੰ ਜਪ ਕੇ ਜ਼ਹਿਰ ਰੂਪ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਇਸ ਪ੍ਰਕਾਰ ਜੀਵਨ ਮੁਕਤ ਹੋ ਸਕਦਾ ਹੈ। ਨਾਨਕ ਗੁਰਮੁਖ ਪਾਈਐ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖਾਂ ਦੀ ਸੰਗਤ ਕਰਕੇ ਹੀ ਇਹ ਦਾਤ ਪਾਉਣਾ ਕਰੀਦੀ ਹੈ, ਪਰ ਪ੍ਰਾਪਤ ਉਸੇ ਨੂੰ ਹੀ ਹੁੰਦੀ ਹੈ। ਜਾਂ ਕੋ ਨਦਰ ਕਰੇ, ਜਿਸ ਉਤੇ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ। ਇਸੇ ਪ੍ਰਕਾਰ ਨਾਨਕ ਗੁਰਮੁਖ ਪਾਈਐ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਮੁਖੀ ਗੁਰਾਂ ਦੀ ਸੰਗਤ ਕਰਕੇ ਹੀ ਵਾਹਿਗੁਰੂ ਨਾਮ ਪਾਈਦਾ ਹੈ। ਜਾਂ ਕੋ ਨਦਰ ਕਰੇ, ਪਰ ਪੂਰਾ ਗੁਰੂ ਉਸ ਨੂੰ ਪ੍ਰਾਪਤ ਹੁੰਦਾ ਜਿਸ ਉਤੇ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਦਾ ਹੈ। ਪੌੜੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਚਾਰ ਰਹੇ ਹਨ। ਦੂਜਾ ਭਉ ਰਚਾਇਓ ਨਾ, ਸੰਸਾਰ ਵਿੱਚ ਦਵੈਤ ਭਾਵ ਰਚਾਇਆ ਹੋਇਆ ਹੈ। ਪਰਮਾਤਮਾ ਨੇ ਖੁਦ ਆਪ ਹੀ ਤ੍ਰੈ ਗੁਣ ਵਰਤਾਰਾ, ਅਤੇ ਸੰਸਾਰ ਵਿੱਚ ਰਾਜਸੀ ਤਾਮਸੀ ਸਾਂਤਕੀ ਤਿੰਨਾਂ ਗੁਣਾਂ ਦਾ ਵਰਤਾਰਾ ਇਹ ਵਰਤ ਰਿਹਾ ਹੈ, ਜਾਂ ਤਿੰਨਾਂ ਗੁਣਾਂ ਦੇ ਵਰਤਾਰੇ ਵਾਲਾ ਜੋ ਸੰਸਾਰ ਹੈ ਇਸ ਵਿੱਚ ਦਵੈਤ ਭਾਵ ਰਚਾਇਆ ਹੋਇਆ ਹੈ। ਬ੍ਰਹਮਾ ਵਿਸ਼ਨ ਮਹੇਸ਼ ਉਪਾਇਆਨ, ਰਜੋਗੁਣੀ ਬ੍ਰਹਮਾ, ਸਤੋਗੁਣੀ ਵਿਸ਼ਨੂੰ ਅਤੇ ਤਮੋਗੁਣੀ ਸ਼ਿਵ ਜੀ ਆਦਿਕ ਇਹ ਦੇਵਤੇ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ ਹਨ। ਹੁਕਮ ਕਮਾਵਨ ਕਾਰਾ, ਇਹ ਪਰਮੇਸ਼ਰ ਦੇ ਹੁਕਮ ਦੁਆਰਾ ਹੀ ਕਾਰਜ ਕਮਾਉਂਦੇ ਹਨ। ਪੰਡਤ ਪੜਦੇ ਜੋਤ ਕੀ, ਜਿਹੜੇ ਪੰਡਤ ਵਿਦਵਾਨ ਲੋਕ ਨੇ ਇਹ ਵੇਦਾਂ ਸ਼ਾਸਤਰਾਂ ਨੂੰ, ਅਤੇ ਜੋ ਜੋਤਸ਼ੀ ਲੋਕ ਨੇ ਇਹ ਜੋਤਿਸ਼ ਸਮੁੰਦਰੀਕ ਗ੍ਰੰਥ ਇਤਿਹਾਦਿਕ ਸ਼ਾਸਤਰਾਂ ਨੂੰ ਪੜ੍ਹਦੇ ਰਹਿੰਦੇ ਹਨ। ਨਾ ਬੂਝਹਿ ਵਿਚਾਰਾ, ਪਰ ਸ੍ਰੇਸ਼ਟ ਵਿਚਾਰ ਜਾਂ ਸਰੂਪ ਦੀ ਵਿਚਾਰ ਨੂੰ ਬੁੱਝਦੇ ਨਹੀਂ, ਸਮਝਦੇ ਨਹੀਂ ਹਨ। ਸਭ ਕਿਛ ਤੇਰਾ ਖੇਲ ਹੈ, ਸੋ ਇਹ ਪਰਮਾਤਮਾ ਜੋ ਵੀ ਕੁਝ ਸੰਸਾਰ ਦੇ ਵਿੱਚ ਦਿਖ ਰਿਹਾ ਹੈ ਇਹ ਸਾਰਾ ਕੁਝ ਤੇਰਾ ਹੀ ਖੇਡ ਹੈ। ਸੱਚ ਸਿਰਜਣਹਾਰਾ, ਇਹ ਸੱਚੇ ਪਰਮੇਸ਼ਰ ਤੂੰ ਆਪ ਹੀ ਜਗਤ ਨੂੰ ਰਚਨ ਵਾਲਾ ਹੈ। ਸਭ ਕੁਝ ਤੇਰਾ ਹੀ ਖੇਲ ਹੈ। ਇਸੇ ਪ੍ਰਕਾਰ ਸਭ ਕਿਛ ਤੇਰਾ ਖੇਲ ਹੈ, ਸਭ ਕੁਝ ਤੇਰਾ ਹੀ ਖੇਲ ਰਚਿਆ ਹੋਇਆ ਹੈ। ਸਾਚਾ ਸਿਰਜਣਹਾਰਾ, ਇਹ ਸੱਚੇ ਰਚਨਹਾਰ ਵਾਹਿਗੁਰੂ ਪਰਮੇਸ਼ਰ ਜੀ, ਜਿਸ ਭਾਵੈ ਤਿਸ ਬਖਸ਼ ਲਹੈ। ਇਹ ਪਰਮੇਸ਼ਰ ਜਿਸ ਦੀ ਸ਼ਰਧਾ, ਜਿਸ ਦੀ ਕਾਲਨਾ ਕਮਾਈ ਤੈਨੂੰ ਭਾ ਜਾਂਦੀ ਹੈ ਤਿਸ ਨੂੰ ਤੂੰ ਬਖਸ਼ ਲੈਂਦਾ ਹੈ। ਸੱਚ ਸ਼ਬਦ ਸਮਾਈ, ਉਸ ਦੀ ਸੱਚੇ ਗੁਰਾਂ ਦੀ ਉਪਦੇਸ਼ ਦੁਆਰਾ ਤੇਰੇ ਸਰੂਪ ਦੇ ਵਿੱਚ ਸਮਾਈ ਲੀਨਤਾ ਹੁੰਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ, ਇਹ
ਸੱਚੇ ਪਾਤਸ਼ਾਹ ਤੂੰ ਅਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ ਅਤੇ ਤੂੰ ਹੀ ਸੱਚੀ ਮਹਿਮਾ ਵਾਲਾ ਹੈ। ਇਹ ਜਿਹੜੀ ਪੰਕਤੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਨਾਲ ਆਪਾਂ ਤੁਹਾਨੂੰ ਪੜ੍ਹ ਕੇ ਸਰਵਣ ਕਰਾਈ ਹੈ, ਕਿਉਂਕਿ ਉਹਦੇ ਤੋਂ ਬਗੈਰ ਜਿਹੜੀ ਧੁਨੀ ਚੜਾਈ ਹੈ ਉਹਦੀ ਤਰਜ ਉਹਦੀ ਲਵੰਤਾ ਨਹੀਂ ਬਣਦੀ। ਇਹ ਗੁਰੂ ਸਾਹਿਬ ਦਾ ਹੁਕਮ ਹੈ ਕਿ ਹਰੇਕ ਪੌੜੀ ਤੋਂ ਬਾਅਦ ਇਹ ਪੰਕਤੀ ਪੜ੍ਹਨੀ ਹੈ। ਵਾਹੂ ਵਾਹੂ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸ਼ਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਲੋਕ ਵਿੱਚ ਪਖੰਡ ਦਾ ਖੰਡਨ ਕਰਦੇ ਹਨ। ਮਨ ਕਾ ਝੂਠਾ ਝੂਠ ਕਮਾਵੇ। ਜੋ ਚਿੱਤ ਦਾ ਝੂਠਾ ਪੁਰਖ ਉਹ ਝੂਠ ਨੂੰ ਹੀ ਕਮਾਉਂਦਾ ਹੈ। ਜਾਂ ਇਸੇ ਪ੍ਰਕਾਰ ਮਨ ਕਾ ਝੂਠਾ ਝੂਠ ਕਮਾਵੇ। ਝੂਠੇ ਪਦਾਰਥਾਂ ਵਿੱਚ ਲੱਗ ਕੇ ਜਿਹੜਾ ਚਿੱਤ ਦਾ ਝੂਠਾ ਪੁਰਖ ਹੈ ਉਹ ਝੂਠੇ ਕਰਮਾਂ ਨੂੰ ਹੀ ਕਮਾਉਂਦਾ ਹੈ। ਮਾਇਆ ਨੂੰ ਸੋ ਫਿਰਦਾ ਤਾਂ ਮਾਇਆ ਲੈਣ ਵਾਸਤੇ ਹੈ, ਤੁਰਿਆ ਫਿਰਦਾ ਭੱਜਾ ਫਿਰਦਾ ਮਾਇਆ ਖਾਤਰ। ਤਪਾ ਸਦਾਵੇ ਪਰ ਆਪਣੇ ਆਪ ਨੂੰ ਤਪਸਵੀ ਸਦਾਉਂਦਾ, ਤਪਸਵੀ ਅਖਵਾਉਂਦਾ ਹੈ ਕਿ ਮੈਂ ਬਹੁਤ ਬੜਾ ਤਪਸਵੀ ਹਾਂ। ਪਰਮੇ ਭੂਲਾ ਸਭ ਤੀਰਥ ਗਾਹੈ। ਜਿਵੇਂ ਇੱਕ ਰਾਜੇ ਦੇ ਕੋਲ ਜੋਗੀ ਆਇਆ ਸੀਗਾ ਤੇ ਰਾਜੇ ਨੇ ਆਖਿਆ ਸਮਾਧੀ ਲਾ ਕੇ ਦਿਖਾ। ਉਹ ਚਾਹੁੰਦਾ ਸੀ ਘੋੜਾ ਤੇ ਜੋੜਾ, ਉਹ ਘੋੜੇ ਜੋੜੇ 'ਚ ਉਹਦੀ ਸਮਾਧੀ ਲੱਗ ਗਈ ਤੇ ਰਾਜਾ ਉਮਰ ਭੋਗ ਕੇ ਮਰ ਗਿਆ, ਸਮਾਧੀ ਖੁੱਲੀ ਨਾ। ਉਹਦਾ ਮੁੰਡਾ ਰਾਜ ਤੇ ਬੈਠਾ, ਫਿਰ ਉਹਦੀ ਸਮਾਧੀ ਖੁੱਲੀ ਤੇ ਖੁੱਲਦਿਆਂ ਸਾਰੀ ਕਹਿੰਦਾ ਘੋੜਾ ਜੋੜਾ ਘੋੜਾ ਜੋੜਾ। ਕਹਿੰਦਾ ਜੋਗੀ ਇਹਦਾ ਕੀ ਮਤਲਬ ਘੋੜਾ ਜੋੜਾ? ਹਾਂ ਤੇਰੀ ਇਹ ਭਾਵਨਾ ਹੋਣੀ ਹੈ, ਤੂੰ ਇੱਛਾਧਾਰੀ ਹੋਣੀ ਹੈ, ਲਓ ਬਈ ਘੋੜਾ ਤੇ ਜੋੜਾ ਦਿਓ। ਇਸ ਤਰ੍ਹਾਂ ਦੇ ਵੀ ਸਮਾਧੀ ਵਾਲੇ ਤਪਸਵੀ ਜੋਗੀ ਲੋਕ ਹੁੰਦੇ ਹਨ। ਤੋ ਇਸ ਤਰ੍ਹਾਂ ਆਪਣੇ ਆਪ ਨੂੰ ਜੋਗੀ ਜਾਂ ਤਪਾ ਜਾਂ ਗਿਆਨੀ ਜੀ ਅਖਵਾਉਣਾ ਤੇ ਲੱਭਣੀ ਮਾਇਆ ਵੀ ਇੱਧਰੋਂ ਵੀ ਲੱਭ ਜਾਏ ਉੱਧਰੋਂ ਵੀ ਲੱਭ ਜਾਏ। ਓਹ ਤਪਾ ਕੈਸੇ ਪਰਮਗਤ ਪਾਲਾ ਹੈ। ਪਰਮ ਭੂਲਾ ਸਭ ਤੀਰਥ ਗਾਹੈ। ਭਰਮ ਦੇ ਵਿੱਚ ਭੁੱਲਿਆ ਹੋਇਆ ਸਾਰੇ ਤੀਰਥਾਂ ਦੇ ਵਾਸ਼ਨਾ ਨੂੰ ਗ੍ਰਹਿਣ ਕਰਕੇ ਤੁਰਿਆ ਫਿਰਦਾ ਹੈ। ਭਾਵ 68 ਤੀਰਥਾਂ ਦੀ ਹੰਗਤਾ ਗ੍ਰਹਿਣ ਕਰੀ ਬੈਠਾ ਹੈ। ਓਹ ਤਪਾ ਕੈਸੇ ਪਰਮਗਤ ਲਾਹੈ। ਤੁਸੀਂ ਦੱਸੋ ਕਿ ਉਹ ਤਪਸਵੀ ਕਿਸ ਪ੍ਰਕਾਰ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਸਕਦਾ? ਭਾਵ ਨਹੀਂ ਪ੍ਰਾਪਤ ਕਰ ਸਕਦਾ। ਧਿਆਨ ਪੈਸੇ ਵਿੱਚ ਭੁੱਲਿਆ, ਤੀਰਥਾਂ ਦੇ ਵਾਸ਼ਨਾ ਦਾ ਮਾਰਿਆ ਤੁਰਿਆ ਫਿਰਦਾ ਹੈ ਤੇ ਰੱਬ ਦੀ ਬੰਦਗੀ ਵਿੱਚ ਉਹਦੇ ਸਰੂਪ ਦੇ ਵਿੱਚ ਤਾਂ ਧਿਆਨ ਹੀ ਨਹੀਂ ਹੈ, ਉਹਦੀ ਪ੍ਰਾਪਤੀ ਤਾਂ ਚਾਹੁੰਦਾ ਹੀ ਨਹੀਂ। ਫਿਰ ਉਹ ਕਿਵੇਂ ਮੁਕਤੀ ਪ੍ਰਾਪਤ ਕਰ ਸਕਦਾ ਹੈ? ਗੁਰ ਪ੍ਰਸਾਦੀ ਕੋ ਸੱਚ ਕਮਾਵੇ। ਗੁਰੂ ਦੀ ਕਿਰਪਾ ਦੁਆਰਾ ਕੋਈ ਬਿਰਲਾ ਪੁਰਖ ਹੀ ਸੱਚੇ ਨਾਮ ਨੂੰ ਕਮਾਉਂਦਾ ਹੈ। ਜੋ ਕਮਾਉਂਦਾ ਹੈ, ਜੋ ਕਮਾਵੇ ਸੋ ਉਤਰੈ ਪਾਰ। ਨਾਨਕ ਸੋ ਤਪਾ ਮੁਖੰਤਰ ਪਾਵੇ। ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਉਹ ਤਪਸਵੀ ਸੰਸਾਰ ਦੇ ਵਿੱਚ ਰਹਿੰਦਾ ਹੀ ਮੁਕਤੀ ਨੂੰ ਪਾ ਲੈਂਦਾ ਹੈ। ਉਹ ਤਪਾ ਅੰਤਰੇ ਭੇਦ ਵੱਲੋਂ ਛੁਟਕਾਰਾ ਪਾ ਲੈਂਦਾ ਹੈ। ਮਹਲਾ ਤੀਜਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ। ਸੋ ਤਪਾ ਜਿਹੋ ਤਪ ਕਾਲੇ। ਅਸਲੀ ਉਹ ਤਪਸਵੀ ਹੈ ਜਿਹੜਾ ਗੁਰਮਤਿ ਦੁਆਰਾ ਦੱਸੇ ਇਸ ਤਪ ਨੂੰ ਕਮਾਉਂਦਾ ਹੈ। ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ। ਪੂਰੇ ਸਤਿਗੁਰੂ ਨੂੰ ਮਿਲਦਾ ਹੈ ਅਤੇ ਗੁਰੂ ਉਪਦੇਸ਼ ਦੁਆਰਾ ਹਰ ਵਕਤ ਪ੍ਰਭੂ ਨੂੰ ਯਾਦ ਕਰਦਾ ਜਾਂ ਬ੍ਰਹਮ ਨੂੰ ਸੰਭਾਲਣਾ ਕਰਦਾ ਹੈ। ਸਤਿਗੁਰ ਕੀ ਸੇਵਾ ਇਹੋ ਤਪ ਪਰਵਾਨ। ਜੋ ਪੂਰੇ ਸਤਿਗੁਰੂ ਦੀ ਸੇਵਾ ਟਹਿਲ ਕਰਨੀ ਹੈ, ਇਹੀ ਸਾਰੇ ਤਪਾਂ ਤੋਂ ਤਪ ਪ੍ਰਮਾਣਿਕ ਹੈ।
ਗੁਰ ਸੇਵਾ ਤਪਾ ਸਿਰ ਤਪਸਾਰ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਪੰਚ ਬਾਰ ਗੰਗ ਜਾਏ, ਬਾਰ ਪੰਜ ਪ੍ਰਾਗਤ ਨਾਏ, ਤੈਸਾ ਪੁਨ ਇੱਕ ਗੁਰ ਸਿੱਖ ਕੋ ਨਿਭਾਏ ਕਾ, ਸਿੱਖ ਕੋ ਪਿਲਾਏ ਪਾਣੀ, ਭਾਉ ਕਰ ਕੁਰ ਖੈਦ, ਤੈਸਾ ਪੁਨ ਫਲ ਸਿੱਖ ਕੋ ਜਿਵਾਏਗਾ। जैसे 20 बार दर्शन किया साध काहू, ते तैसा पुण्य फल सिख को जिवाए का। जैसे 7 मंदिर कंचन के उसार दीन, तैसा पुण्य गुर सिख को एक शब्द सिखाए का। इयों होम लख जग भोग चने चबावनी, जो गुरसिखा नूं चने चबाने ने, छोले भुन के चबाने ने। अज कल तो जिहड़े चने ने छोले ने बड़े महंगे होए पए हन। पुराना समा खेतां दे विच लोग बीजदे सन, ते जिहड़ी घर दी खेती हुंदी है वो सस्ती हुंदी है, रोटी दुर्लभ सी कणक दी। इस वास्ते घर दी खेती चने होण करके चनियां दा नाम लिया है। मतलब कहण तो कि जो प्रसाद पानी किसी नूं किसी भी चीज़ की छकण छकाउण दी लोड़ है, वो गुरसिख नूं हाज़र करना। ते साध संगत जीओ, ये लखां ही हवन दे विच जो देसी घ्यो दीयां कड़छियां पाउण दे बराबर है। लखां ही कड़छियां अग दे विच हवन कर दिओ, ते एक गुरसिख नूं उहदी लोड़ मुताबक ਉਹਦੇ पेट पूर्ति ਲਈ ਛਕਾਉਣ ਦਾ ਇਹ ਫਲ ਮਿਲਦਾ ਹੈ। ਮਤਲਬ ਇੰਨਾ ਫਲ ਹੈ। ਦੇਸੀ ਘਿਓ ਨੂੰ ਭਰ ਕੜਛੀਆਂ ਅੱਗ ਵਿੱਚ ਪਾਉਣ ਦੀ ਬਜਾਏ ਕਿਸੇ ਦੇ ਮੂੰਹ ਦੇ ਵਿੱਚ ਭੋਜਨ ਪਾ ਕੇ ਪਾਉਣਾ, ਇਹ ਲੱਖਾਂ ਹੀ ਜੱਗਾਂ ਦੇ ਬਰਾਬਰ ਹੈ। ਤੋ ਇੰਨਾ ਪੁੰਨ ਲੱਗਦਾ ਗੁਰੂ ਘਰ ਦੀ ਸੇਵਾ ਦਾ। ਮੈਂ ਤਾਂ ਇੱਕੋ ਹੀ ਗੱਲ ਸਮਝੀ ਗੁਰਦੁਆਰਾ ਸਾਹਿਬ ਆ ਕੇ, ਭਾਵੇਂ ਕੋਈ ਦੇਸ਼ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਵੀ ਕਿਉਂ ਨਾ ਬਣ ਜਾਏ, ਤੇ ਜਿੰਨਾ ਮਰਜੀ ਪੂਰੀ ਦੁਨੀਆ ਦੇ ਅਮੀਰਾਂ ਦੇ ਵਿੱਚੋਂ ਆਪਦੀ ਗਿਣਤੀ ਲੈ ਆਵੇ, ਪਰ ਉਹ ਸਾਧ ਸੰਗਤ ਜੀਓ ਜਿੰਨਾ ਲੰਗਰ ਗੁਰੂ ਘਰ ਵਰਤਦਾ ਹੈ, ਇੰਨਾ ਉਹ ਲੰਗਰ ਵਰਤਾ ਨਹੀਂ ਸਕਦਾ। ਕਿਸੇ 'ਚ ਸਮਰੱਥਾ ਨਹੀਂ ਹੈ। ਤੋ ਸਾਡੇ ਵਿੱਚ ਤਾਕਤ ਨਹੀਂ ਹੈ ਕਿ ਆਪਾਂ ਇੰਨਾ ਕੁਝ ਸੰਗਤਾਂ ਨੂੰ ਛਕਾ ਸਕੀਏ। ਤੋ ਇਸ ਲਈ ਕਿੰਨਾ ਚੰਗਾ ਹੋਏ ਜੇ ਗੁਰੂ ਕੀ ਪੰਗਤ ਦੇ ਵਿੱਚ ਹੀ ਵਰਤਦੇ ਲੰਗਰ 'ਚ ਹੀ ਰੋਟੀਆਂ ਵਰਤਾਉਣ ਲੱਗ ਪਈਏ, ਜਲ ਵਰਤਾਉਣ ਲੱਗ ਪਈਏ। ਲੰਗਰ ਗੁਰੂ ਦਾ ਦੇਣ ਵਾਲਾ ਪਰਮਾਤਮਾ, ਤੇ ਉਹ ਸੇਵਾ ਕਰਨ ਦੇ ਨਾਲ ਹੀ ਬਹੁਤ ਲਾਭ ਮਿਲੇ। ਤੋ ਆਪ ਘਰ ਪਕਾ ਕੇ ਛਕਾਉਣ ਦੀ ਬਜਾਏ ਜੇ ਮਹਾਰਾਜ ਨੇ ਨਹੀਂ ਇੰਨਾ ਕੁਝ ਦਿੱਤਾ, ਤੇ ਗੁਰੂ ਘਰ ਆ ਕੇ ਪਕਾ ਕੇ सेवा करके ते फल प्राप्त करिए। सतगुर की सेवा सफल है, जे को करे चित लाए, मन जिंदिया वर पावना होमे विचों जाए। गुरु दे सिख नूं एक शब्द पढ़ा देना, संध्या करा देनी। जिवें किसी ने 100 सोने दे मंदिर दान कर दिते होण, इहदे तों वध फल मिलदा है। इउं महापुरख संत ज्ञानी करतार सिंह जी खालसा पिंडां वाले वचन करिया करदे सन कि 1 घंटा कथा दे विच जो हाज़री लवाउणी है, जिन्नियां ने सरवण कर लिया उन्ने घंटे का तप आपदे खाते विच सुनाउण वाले ने जमा कर लिया। मतलब ये सब तो वड्डी भगती है जो गुरु की संगत नूं कथा सुनाउण दी सेवा करनी है। असीं आपदे कमरे च आपदी बाणी आपदा नितनेम कर सकते हैं, उहदा फल उन्ना ही है जिन्ना पढ़ांगे। ते पर संगत दे विच 1 घंटा सरवण कराउण दा फल जिन्हां ने सुन लिया उन्ने घंटे का तप जमा हो जाता। ये पिंडां वाले संतां दा वचन है, और उन्हां दे वर दे नाल ही ये कथा कीर्तन का प्रवाह चल रहा। पहला महापुरख खुद आप ही कथा करिया करदे, किसी विरले वांझे गुरसिख नूं ये दात प्राप्त हुंदी। ते वंडदे तां महापुरख बथेरा, पर जथे दे विच महापुरख ही कथा करिया करदे। पर ये संत करतार सिंह की कृपा हुई तो अनेका ही सिंह
ਸੋ ਉਹਨਾਂ ਦੀ ਕਿਰਪਾ ਦੇ ਨਾਲ ਪੜ੍ਹ ਲਿਖ ਕੇ ਤੇ ਵਿਦਵਾਨ ਬਣੇ। ਇਸ ਤਰੀਕੇ ਨਾਲ ਸੰਗਤ ਦੀ ਸੇਵਾ ਦੇ ਯੋਗ ਬਣਾਇਆ। ਇਹ ਮਹਾਰਾਜ ਦੀ ਇਹ ਵੀ ਇੱਕ ਸੇਵਾ ਹੈ। ਜੋੜਿਆਂ ਦੀ ਸੇਵਾ ਹੈ, ਪ੍ਰਸ਼ਾਦੀਆਂ ਦੀ ਸੇਵਾ, ਜਲ ਦੀ ਸੇਵਾ, ਲੰਗਰ ਦੀ ਸੇਵਾ, ਅੱਗ ਡਾਉਣ ਦੀ, ਬਾਲਣ ਦੀ ਸੇਵਾ, ਅਤੇ ਗੁਰੂ ਘਰ ਦੀਆਂ ਝਾੜੂ ਫੇਰਨ ਦੀ ਸੇਵਾ, ਅਤੇ ਜੋ ਵੀ ਕਥਾ ਕੀਰਤਨ ਦੀ ਇਹ ਵੀ ਇੱਕ ਮਹਾਨ ਸੇਵਾ ਹੈ ਜੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਦੀ ਦਿੱਤੀ ਦਾਤ ਮੁਤਾਬਕ ਹੀ ਹੋ ਸਕਦੀ ਹੈ। ਬਥੇਰੀ ਦੁਨੀਆ ਤੁਰੀ ਫਿਰਦੀ ਹੈ, ਲੋਕ ਤਰਸਦੇ ਨੇ ਵੀ ਸਾਨੂੰ ਹਾਜ਼ਰੀ ਭਰਨ ਦਾ ਮੌਕਾ ਮਿਲੇ। ਇਹ ਵੱਡੇ ਭਾਗ ਨੇ, ਸਾਨੂੰ ਮਾਣ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂਗੇ ਜੋ ਗੁਰਚਰਨੀ ਸਿੱਖ ਪੜ੍ਹਦੇ ਹਾਂ। ਜਿੱਡਾ ਵੱਡਾ ਮੇਰਾ ਪਾਤਸ਼ਾਹ ਉਨੇ ਹੀ ਅਸੀਂ ਚਰਨਾਂ 'ਚ ਬੈਠੇ ਹੋਏ ਅਤੇ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣੇ ਹੋਏ ਹਾਂ, ਜਿਨ੍ਹਾਂ ਨੇ ਸੋ ਆਪ ਬਖਸ਼ਿਸ਼ ਕਰਕੇ ਕਿਰਪਾ ਕਰਕੇ ਆਪ ਦੇ ਚਰਨਾਂ 'ਚ ਬੈਠਣ ਦੇ ਯੋਗ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਤੋਂ ਵੱਡਾ ਤਪ ਹੈ, ਤਪੱਸਿਆ ਹੈ। ਸਾਧ ਗੁਰ ਕੀ ਸੇਵਾ ਇਹੋ ਤਪ ਪਰਵਾਨ। ਧੂਣੀਆਂ ਧਾ ਕੇ ਗਰਮੀ ਵਿੱਚ ਤਪ ਕਰਨ ਦੀ ਬਜਾਏ, ਸਰਦੀ ਦੇ ਵਿੱਚ ਗਲ ਤੱਕ ਪਾਣੀ 'ਚ ਖਲੋ ਕੇ ਤਪ ਕਰਨ ਦੀ ਬਜਾਏ, ਆਹ ਜਿਹੜਾ ਕਥਾ ਕੀਰਤਨ ਮਹਾਰਾਜ ਦੇ ਘਰ ਦੀ ਕੜਾਹ ਪ੍ਰਸ਼ਾਦ ਦੀ ਬੜੀ ਵੱਡੀ ਸੇਵਾ 2:30 ਵਜੇ ਤੋਂ ਹੀ ਭਾਂਡੇ ਖੜਕਣੇ ਸ਼ੁਰੂ ਹੋ ਜਾਂਦੇ ਅਤੇ ਰਾਤ ਦੇ 10 ਵਜੇ ਤੱਕ ਪ੍ਰਸ਼ਾਦ ਮੁੱਕਣਾ ਹੀ ਨਹੀਂ ਚਾਹੀਦਾ। ਸਮਾਪਤ ਹੋਇਆ ਨਹੀਂ ਅਤੇ ਉਹ ਬਾਟਾ ਖੜਕਿਆ ਨਹੀਂ, ਉਸੇ ਵਕਤ ਅੱਗ ਬਾਲੋ ਅਤੇ ਪ੍ਰਸ਼ਾਦ ਬਣਾਓ। ਤੋ ਇਹ ਬਹੁਤ ਕਰੜੀ, ਬੜੀ ਸਖਤ ਮਿਹਨਤ ਵਾਲੀ ਸੇਵਾ। ਇਹ ਜਿਹੜੀ ਮਹਾਰਾਜ ਦੀ ਸੇਵਾ ਟਹਿਲ ਕਰਨੀ, ਇਹ ਸਾਰੇ ਤਪਾਂ ਤੋਂ ਪ੍ਰਮਾਣਿਕ ਤਪ ਹੈ। ਨਾਨਕ ਸੋ ਤਪਾ ਦਰਗਹ ਪਾਵੈ ਮਨ। ਅਤੇ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਕਿ ਉਹੀ ਤਪੀਆ ਪਰਮੇਸ਼ਰ ਦੀ ਨਿਆਈ ਸਭਾ ਵਿੱਚ ਜਾਂ ਸੱਚਖੰਡ ਵਿੱਚ ਆਦਰ ਮਾਣ ਸਤਿਕਾਰ ਪਾਉਂਦਾ ਹੈ ਜਿਹੜਾ ਸੇਵਾ ਕਰਦਾ ਹੈ। ਸਤਿਗੁਰੂ ਕੀ ਸੇਵਾ ਗਾਖੜੀ ਸੁਖੀ ਹੋ ਸੁਖਸਾਰ, ਇੱਥੇ ਮਿਲਣ ਵਡਾਈਆਂ ਦਰਗਹਿ ਮੁਖ ਦੁਆਰ। ਪੌੜੀ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਗਹਿ ਬੈਸਣ ਪਾਈਆ। ਦਰਗਾਹ 'ਚ ਬੈਠਣਾ ਉਹ ਪਾਉਂਦਾ ਜੋ ਦੁਨੀਆ ਵਿੱਚ ਰਹਿ ਕੇ ਸੇਵਾ ਕਮਾਉਂਦਾ ਹੈ। ਪੌੜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹਨ, ਰਾਤ ਦਿਨ ਸਿਉ ਪਾਇਆਨ। ਉਸ ਪਰਮੇਸ਼ਰ ਨੇ ਹੀ ਦਿਨ ਅਤੇ ਰਾਤ ਦੇ ਨਿਯਮ ਪੈਦਾ ਕੀਤੇ ਹਨ, ਜਾਂ ਦਿਨ ਕਾਰੋ ਵਿਹਾਰ ਵਾਸਤੇ ਅਤੇ ਰਾਤ ਦਾ ਚੌਥਾ ਪਹਿਰ ਭਜਨ ਸਿਮਰਨ ਵਾਸਤੇ ਬਣਾਉਣਾ ਕੀਤਾ ਹੈ। ਅਤੇ ਜਿਹੜਾ ਪਹਿਲਾ ਪਹਿਰ ਹੈ ਅਤੇ ਚੌਥਾ ਪਹਿਰ ਹੈ ਭਜਨ ਸਿਮਰਨ ਲਈ। ਬਾਕੀ ਦੇ ਜਿਹੜੇ 2 ਪਹਿਰ ਨੇ 6 ਘੰਟੇ ਬਹੁਤ ਹੁੰਦੇ ਨੇ ਅਤੇ ਉਹ ਸਰੀਰ ਦੇ ਆਰਾਮ ਵਾਸਤੇ ਬਣਾਏ ਹਨ। ਸੰਸਾਰ ਕੀ ਵਰਤਨ। ਇਹ ਜਗਤ ਦੀ ਵਿਵਹਾਰਤਾ, ਵਰਤੋਂ ਵਿਵਹਾਰ ਲਈ ਹੀ ਮਹਾਰਾਜ ਨੇ ਸਭ ਕੁਛ ਦਿਨ ਰਾਤ ਸੂਰਜ ਚੰਦਰਮਾ ਆਦਿਕ ਬਣਾਏ ਨੇ। ਇਸੇ ਪ੍ਰਕਾਰ ਰਾਤ ਦਿਨ ਸਿਉ ਪਾਇਆਨ। ਰਾਤ ਦੀ ਨਿਆਈ ਅਗਿਆਨੀ ਤੇ ਦਿਨ ਦੀ ਤਰ੍ਹਾਂ ਗਿਆਨਵਾਨ ਪੈਦਾ ਕੀਤੇ ਨੇ। ਸੰਸਾਰ ਕੀ ਵਰਤਨ। ਇੰਜ ਇਹ ਸੰਸਾਰ ਦੀ ਬਣਤਰ ਦਾ ਵਰਤਾਰਾ ਬਣਾਇਆ ਹੈ। ਗੁਰਮਤੀ ਘਟ ਚਾਨਣ। ਗੁਰ ਸਿੱਖਿਆ ਦੁਆਰਾ ਜਿਸ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਹੈ, ਆਨੇਰ ਬਿਨਾਸਨ। ਉਸ ਦੇ ਅੰਦਰੋਂ ਅਗਿਆਨ ਦਾ ਹਨੇਰਾ ਨਾਸ਼ ਹੋ ਗਿਆ ਹੈ। ਹੁਕਮੇ ਸਭ ਸਾਜੀਆਨ। ਪਰਮੇਸ਼ਰ ਨੇ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਸਾਜਨਾ ਕੀਤੀ, ਰਚਨਾ ਕੀਤੀ ਹੈ। ਰਵਿਆ ਸਭ ਵਣ ਤ੍ਰੈਣ। ਸਾਰੇ ਜੰਗਲ ਕੱਖਾਂ ਆਦਿਕ 'ਚ ਰਮਿਆ ਹੋਇਆ ਹੈ। ਇਸੇ ਪ੍ਰਕਾਰ ਰਵਿਆ ਸਭ ਵਣ ਤ੍ਰੈਣ। ਵਣ ਦੀ ਤਰ੍ਹਾਂ ਸਰੀਰਾਂ 'ਚ ਤੇ ਤ੍ਰਿਣ ਦੀ ਤਰ੍ਹਾਂ ਕੱਖਾਂ ਆਦਿਕ ਸਭ ਥਾਵਾਂ 'ਚ ਰਮਿਆ ਹੋਇਆ ਹੈ। ਸਭ ਕਿਛ ਆਪੇ ਆਪ ਹੈ। ਵਣ ਦੀ ਤਰ੍ਹਾਂ ਸਰੀਰਾਂ 'ਚ ਤੇ ਤ੍ਰਿਣ ਦੀ ਤਰ੍ਹਾਂ ਜੋ ਬਨਸਪਤੀ
ਇੰਦਰੀਆਂ ਆਦਿਕ ਵਿੱਚ ਸਭੇ ਰਮਿਆ ਹੋਇਆ। ਇਹ ਭਾਈ ਸਾਰਾ ਕੁਝ ਪਰਮੇਸ਼ਰ ਆਪਣਾ ਆਪ ਰੂਪ ਹੀ ਹੈ। ਗੁਰਮੁਖ ਸਦਾ ਹਰ ਭਾਣ, ਇਸ ਲਈ ਗੁਰਮੁਖਾਂ ਦੀ ਸੰਗਤ ਕਰਕੇ ਹਮੇਸ਼ਾ ਹਰੀ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕਰੋ ਭਾਈ। ਸਭ ਦੇਹੀ ਸੂਝੀ ਪਾਈ, ਉਹਨਾਂ ਨੂੰ ਗੁਰੂ ਉਪਦੇਸ਼ ਦੁਆਰਾ ਸੱਚ ਸਰੂਪ ਦੀ ਗਿਆਤ ਪੈ ਗਈ ਹੈ। ਸੱਚਾ ਆਪ ਬੁਝਾਈ, ਜਿਨ੍ਹਾਂ ਨੂੰ ਸੱਚੇ ਪਰਮੇਸ਼ਰ ਨੇ ਆਪ ਸਮਝ ਦਿੱਤੀ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਤੂੰ ਅਚਰਜ ਹੈ ਅਰ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਅਰ ਤੂੰ ਹੀ ਸੱਚੀ ਮਹਿਮਾ ਵਾਲਾ ਹੈ। ਸਭ ਕਿਛ ਆਪੇ ਆਪ ਹੈ, ਗੁਰਮੁਖ ਸਦਾ ਹਰ ਭਾਣ, ਸਭ ਦੇਹੀ ਸੂਝੀ ਪਾਈ, ਸੱਚਾ ਆਪ ਬੁਝਾਈ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ